ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੂਨ ਦੀ 16 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-900-90503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ G7 ਦੀ ਜਿਹੜੀ ਮੀਟਿੰਗ ਆ ਕੈਲਗਰੀ ਦੇ ਵਿੱਚ ਉੱਥੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਕੱਲ ਤੱਕ ਰਹਿਣਾ ਸੀ, ਪਰ ਅਰਲੀ ਅੱਜ ਹੀ ਵਾਪਸ ਵਿੱਚੋਂ ਛੱਡ ਕੇ ਆ ਗਏ ਆ। ਸੋ ਮੇਨ ਉਹਨਾਂ ਨੇ ਕੈਨੇਡਾ ਦੇ ਵਿੱਚ ਹੀ ਜਿਹੜਾ ਆ ਟਵੀਟ ਕੀਤਾ ਵੀ ਜੋ ਲੋਕ ਈਰਾਨ ਦੇ ਰਾਜਧਾਨੀ ਤਹਿਰਾਨ ਦੇ ਵਿੱਚ ਰਹਿੰਦੇ ਆ ਉਹ ਸਾਰੇ ਉਸ ਨੂੰ ਇਵੈਕੂਏਟ ਕਰ ਦੇਣ, ਇਵੈਕੂਏਟ ਇਮੀਡੀਏਟਲੀ, ਕਿਉਂਕਿ ਇਜ਼ਰਾਈਲ ਵਾਲੇ ਜਿਹੜੇ ਆ ਉੱਥੇ ਬਹੁਤ ਜ਼ਿਆਦਾ ਅਟੈਕ ਕਰ ਰਹੇ ਹੈਗੇ ਆ। ਤੇ ਇਸ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਮੈਂ ਇਹਦੇ ਬਾਰੇ ਜਿਹੜੀ ਆ ਇਹ ਸੀਰੀਅਸ ਮੈਟਰ ਆ, ਗੱਲਬਾਤ ਕਰਨੀ ਹੈਗੀ ਆ। ਸੋ ਜਿਹੜੀ G7 ਕੰਟਰੀਜ਼ ਨੇ ਇੱਕ ਸਟੇਟਮੈਂਟ ਤਿਆਰ ਕੀਤੀ ਹੋਈ ਸੀ ਉਹਦੇ ਉੱਤੇ ਮੇਰੇ ਖਿਆਲ ਨਾਲ ਉਹਨਾਂ ਨੇ ਨਹੀਂ ਸਾਈਨ ਕੀਤੇ ਹੈਗੇ। ਸੋ ਨਾ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਮਿਲੇ ਤੇ ਨਾ ਹੀ ਜਿਹੜੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਆ ਸ਼ੌਨ ਕਲੋਡੀਆ ਉਹਨੂੰ ਮਿਲੇ ਹੈਗੇ ਆ। ਸੋ ਇਜ਼ਰਾਈਲ ਵਾਲੇ ਵੀ ਜਿਹੜੇ ਇਸ ਟਾਈਮ ਦੇ ਉੱਤੇ ਜਿਹੜੀਆਂ ਆਪਣੀਆਂ ਮਿਜ਼ਾਈਲਸ ਦਾਗ ਰਹੇ ਹੈਗੇ ਆ, ਉੱਧਰ ਈਰਾਨ ਵਾਲੇ ਵੀ ਜਿਹੜੇ ਆ ਉਹ ਆਪਣੀਆਂ ਮਿਜ਼ਾਈਲਸ ਦਾਗ ਰਹੇ ਹੈਗੇ ਆ। ਸੋ ਕਹਿੰਦੇ ਪਈ 120 ਦੇ ਕਰੀਬ ਸਰਫੇਸ ਟੂ ਸਰਫੇਸ ਮਿਜ਼ਾਈਲਸ ਜੋ ਆ ਈਰਾਨ ਵਾਲਿਆਂ ਨੇ, ਜੋ ਉਹਨਾਂ ਦੀਆਂ ਥਰਡ ਆਫ ਈਰਾਨ ਦੀਆਂ ਟੋਟਲ ਆ, ਉਹ ਆਲਰੇਡੀ ਦਾਗ ਚੁੱਕੇ ਹੈਗੇ ਆ। ਜੀ ਬਿਲਕੁਲ। ਇਵੈਕੂਏਟ ਤਹਿਰਾਨ ਦੀ ਵਾਰਨਿੰਗ ਤੋਂ ਬਾਅਦ ਚ ਰਾਸ਼ਟਰਪਤੀ ਟਰੰਪ G7 ਸਮਿਟ ਦੀ ਮੀਟਿੰਗ ਨੂੰ ਝੱਟ ਦੇਣੀ ਛੱਡ ਕੇ ਜਿਹੜੇ ਉਹ ਆ ਗਏ। ਕਹਿੰਦੇ ਵੀ ਟੈਨਸ਼ਨਸ ਬਹੁਤ ਜ਼ਿਆਦਾ ਵਧੀਆਂ ਪਈਆਂ ਤਹਿਰਾਨ ਦੇ ਵਿੱਚ। ਜੇ ਦੱਸਿਆ ਜਾਵੇ ਤਾਂ 10 ਮਿਲੀਅਨ ਲੋਕ ਰਹਿੰਦੇ ਆ। ਉਸ ਦੇ ਇਰਦ ਗਿਰਦ ਦੇ ਮੈਟਰੋਪੋਲੀਟਨ ਏਰੀਆ ਨੂੰ ਲਾਇਆ ਜਾਵੇ ਤਾਂ 17 ਮਿਲੀਅਨ ਲੋਕ ਬਣ ਜਾਂਦੇ ਹੈਗੇ ਆ। ਸੋ ਇਹ ਜਿਹੜੇ ਆ ਇਹ ਇਸ ਟਾਈਮ ਦੇ ਉੱਤੇ ਜਿਹੜੀ ਪੋਸਟ ਕਰਕੇ ਆਏ ਉਹਨਾਂ ਨੇ ਉੱਥੋਂ ਛੱਡ ਕੇ ਆ ਗਏ ਆ। ਇਹ ਕਿਹਾ ਸੀਗਾ ਪੋਸਟ ਦੇ ਵਿੱਚ ਵੀ ਈਰਾਨ ਨੂੰ ਜਿਹੜਾ ਡੀਲ ਆ ਉਹ ਪਹਿਲਾਂ ਬਣਾ ਲੈਣੀ ਚਾਹੀਦੀ ਸੀਗੀ, ਉਹਨਾਂ ਨੇ ਨਹੀਂ ਬਣਾਈ ਤੇ ਹੁਣ ਉਸ ਤੇ ਉਹਨਾਂ ਨੂੰ ਬੇਸਿਕਲੀ ਖਾਮਿਆਜ਼ੇ ਭੁਗਤਣੇ ਜਿਹੜੇ ਉਹ ਪੈ ਸਕਦੇ ਹੈਗੇ ਆ। ਈਰਾਨ ਦੇ TV ਦੇ ਉੱਤੇ ਜਿਹੜੀ ਮਿਜ਼ਾਈਲ ਦੇ ਨਾਲ ਹਮਲਾ ਹੋਇਆ ਸੀ ਉਸ ਦੀਆਂ ਵੀਡੀਓਜ਼ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਹੈਗੀਆਂ ਆ। ਉੱਧਰੋਂ ਇਹ ਵੀ ਰਿਪੋਰਟਸ ਆਈਆਂ G7 ਦੀ ਸਮਿਟ ਦੇ ਵਿੱਚ ਜਿਹੜੇ ਬ੍ਰਿਟੇਨ ਦੇ ਨਾਲ ਜਿਹੜੇ ਆ ਅਮਰੀਕਾ ਦੇ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਸਟੈਮਰ ਦੇ ਨਾਲ ਮੁਲਾਕਾਤ ਹੋਈ ਆ। ਦੋਨਾਂ ਨੇ ਦੁਆਰਾ ਇਹ ਦਾਅਵਾ ਕੀਤਾ ਗਿਆ ਵੀ ਉਹਨਾਂ ਦੇ ਨਾਲ ਮੀਟਿੰਗ ਵਧੀਆ ਹੋਈ ਹੈ ਤੇ ਟ੍ਰੇਡ ਡੀਲ ਜਿਹੜੀ ਉਹ ਸਾਈਨ ਹੋ ਗਈ ਆ। ਟ੍ਰੇਡ ਡੀਲ ਜਿਹੜੀ ਉੱਥੇ ਖਿਲਰੀ ਹੋਈ ਵੀ ਨਜ਼ਰ ਆਈ ਜਦ ਦੋਨਾਂ ਜਾਣਿਆਂ ਨੇ ਹੱਥ ਦੇ ਵਿੱਚ ਫਾਈਲ ਫੜੀ ਸੀ ਤਾਂ ਕਾਗਜ਼ ਜਿਹੜੇ ਆ ਉਹ ਉੱਥੇ ਖਿਲਰ ਗਏ ਸੀਗੇ। ਸੋ ਹੁਣ ਇਹ ਟ੍ਰੇਡ ਡੀਲ ਕਿਸ ਤਰੀਕੇ ਦੇ ਨਾਲ ਰਹਿੰਦੀ ਆ ਉਹ ਦੇਖਣ ਵਾਲੀ ਗੱਲ ਆ। ਉਧਰ ਭਾਰਤ ਤੇ ਜਿਹੜੇ ਕੈਨੇਡਾ ਦੇ ਵਿੱਚ ਜਿਹੜਾ ਮੋਦੀ ਪਹੁੰਚ ਰਿਹਾ ਆ ਉਸ ਦੇ ਕਹਿ ਸਕਦੇ ਆ ਵੀ ਉਸ ਦਾ ਵਿਰੋਧ ਲਗਾਤਾਰ ਖਾਸ ਕਰਕੇ ਸਿੱਖਾਂ ਦੇ ਦੁਆਰਾ ਵੱਡੀ ਮਾਤਰਾ ਦੇ ਵਿੱਚ ਕੀਤਾ ਗਿਆ ਆ। ਅਲਬਰਟਾ ਦੇ ਵਿੱਚ ਜਿੱਥੇ ਮੋਦੀ ਨੇ ਪਹੁੰਚਣਾ ਸੀਗਾ ਉਸ G7 ਦੀ ਮੀਟਿੰਗ ਦੇ ਬਾਹਰ ਵੀ ਜਿਹੜੇ ਆ ਉਹ ਸਿੱਖਾਂ ਦੇ ਦੁਆਰਾ ਮੋਦੀ ਦਾ ਵਿਰੋਧ ਆ ਉਹ ਦਰਜ ਕਰਾਇਆ ਗਿਆ ਆ ਵੱਡੇ ਪੱਧਰ ਦੇ ਉੱਤੇ। ਉੱਥੇ ਕੱਲ ਜਿਹੜੀ ਕਾਰ ਰੈਲੀਜ਼ ਦੇ ਨਾਲ ਜਿਹੜੇ ਲੋਕ ਉੱਥੇ ਪ੍ਰੋਟੈਸਟ ਕਰਨ ਦੇ ਲਈ ਪਹੁੰਚੇ ਹੋਏ ਸੀਗੇ। ਜੀ ਸੋ ਬਿਲਕੁਲ ਮਿਡਲ ਈਸਟ ਦੇ ਵਿੱਚ ਜਿਹੜਾ ਏਅਰਪੋਰਟਸ ਆ ਬਹੁਤ ਜ਼ਿਆਦਾ ਕਲੋਜ਼ ਆ। ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਏਅਰਪੋਰਟਸ ਤੇ ਫਸੇ ਹੋਏ ਆ।
ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜਿਨ੍ਹਾਂ ਦੀਆਂ ਫਲਾਈਟਸ ਮਿਡ ਈਸਟ ਦੇ ਜਿਹੜੇ 에ਅਰਪੋਰਟਸ ਤੋਂ ਜਾਣੀਆਂ ਆ, ਉਹ ਸਾਰੀਆਂ ਚੈੱਕ ਕਰ ਲਓ ਕਿਹੜੇ-ਕਿਹੜੇ ਏਰੀਏ ਦੇ ਵਿੱਚ ਫਲਾਈਟਸ ਜਾ ਰਹੀਆਂ ਆ, ਕਿਉਂਕਿ ਮੋਸਟਲੀ ਉੱਥੇ ਗਰਾਊਂਡ ਕੀਤੀਆਂ ਗਈਆਂ ਹੈਗੀਆਂ ਆ। ਈਰਾਨ ਦਾ ਜਿਹੜਾ 에ਅਰ ਸਪੇਸ ਆ ਉਹ ਕੰਪਲੀਟਲੀ ਕਲੋਜ਼ ਕੀਤਾ ਹੋਇਆ ਹੈਗਾ ਆ। ਸੋ ਇਜ਼ਰਾਈਲ ਨੇ ਇਹ ਕਿਹਾ ਵੀ ਈਰਾਨ ਵੱਲੋਂ ਹੋਰ ਮਿਜ਼ਾਈਲਸ ਕਾਫੀ ਜ਼ਿਆਦਾ ਜਿਹੜੀਆਂ ਆ ਰਹੀਆਂ ਹੈਗੀਆਂ, ਕਿਉਂਕਿ ਈਰਾਨ ਦਾ ਇੱਕ ਸ਼ਹਿਰ ਕਾਫੀ ਜ਼ਿਆਦਾ ਹਿੱਟ ਹੋਇਆ ਮਿਜ਼ਾਈਲਸ ਦੇ ਨਾਲ। ਯੂਐਸ ਦੀ ਐਮਬੈਸੀ ਜੈਰੂਸਲਮ ਤੇ ਉਹਨਾਂ ਦੀ ਐਮਬੈਸੀ ਦੀ ਬ੍ਰਾਂਚ ਤੈਲ ਅਵੀਵ ਦੇ ਵਿੱਚ ਉਹਨਾਂ ਨੇ ਕਿਹਾ ਵੀ ਅੱਜ ਦੇ ਦਿਨ ਜਿਹੜੀਆਂ ਉੱਥੇ ਐਮਬੈਸੀ ਜਿਹੜੀ ਉਹ ਕਲੋਜ਼ ਰਹੀ ਸੀਗੀ, ਕਿਉਂਕਿ ਈਰਾਨ ਦੇ ਦੁਆਰਾ ਨਵੇਂ ਜਿਹੜੇ ਅਟੈਕ ਆਪਣੀਆਂ ਮਿਜ਼ਾਈਲਸ ਆ ਉਹ ਦਾਗੀਆਂ ਗਈਆਂ। ਈਰਾਨ ਦਾ ਦਾਅਵਾ ਆ ਵੀ ਹੁਣ ਤੱਕ 224 ਜਾਣਿਆਂ ਦੀ ਇਜ਼ਰਾਈਲ ਦੇ ਦੁਆਰਾ ਜੋ 에ਅਰ ਸਟ੍ਰਾਈਕਸ ਕੀਤੀਆਂ ਜਾ ਰਹੀਆਂ ਆ, ਹਮਲੇ ਕੀਤੇ ਜਾ ਰਹੇ ਆ, ਉਸ ਦੇ ਵਿੱਚ ਮੌਤ ਹੋ ਚੁੱਕੀ ਆ। ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ G7 ਦੀ ਮੀਟਿੰਗ ਨੂੰ ਵਿੱਚੇ ਛੱਡ ਕੇ ਆਏ ਆ। ਕੱਲ ਇਜ਼ਰਾਈਲ ਵਾਲਿਆਂ ਨੇ ਕਿਹਾ ਸੀਗਾ ਵੀ ਤਹਿਰਾਨ ਨੂੰ ਖਾਲੀ ਕਰ ਦਿਓ, ਅੱਜ ਟਰੰਪ ਉਹਨਾਂ ਨੇ ਕਹਿ ਦਿੱਤਾ ਈਰਾਨ ਨੂੰ ਖਾਲੀ ਕਰ ਦਿਓ। ਇਹਦਾ ਮਤਲਬ ਇਹ ਆ ਵੀ ਕੌਨਫਲਿਕਟ ਹੋਰ ਜ਼ਿਆਦਾ ਜਿਹੜਾ ਉੱਥੇ ਵਧਣ ਜਾ ਰਿਹਾ ਹੈਗਾ ਆ। ਸੋ 4 ਦਿਨ ਹੋ ਗਏ ਸੀਗੇ ਇਸ ਨੂੰ ਜਿਹੜਾ ਉਹ ਚੱਲਦਿਆਂ ਨੂੰ, ਇਹਨਾਂ ਦੇ ਕੌਨਫਲਿਕਟ ਦੇ ਜਿਹੜੇ ਉਹ ਸ਼ੁਰੂ ਹੋਇਆਂ ਨੂੰ, ਤੇ ਹੁਣ ਅੱਗੇ ਜਿਹੜੀ ਸਥਿਤੀ ਆ ਅੱਗੇ ਹੋਰ ਵਧਣ ਜਾ ਰਹੀ ਆ। ਸੋ ਜਿੱਦਾਂ ਤੁਸੀਂ ਪਹਿਲਾਂ ਦੱਸਿਆ, ਈਰਾਨ ਤੇ ਇਜ਼ਰਾਈਲ ਦੇ ਉੱਤੇ ਜਿਹੜੀ ਸਟੇਟਮੈਂਟ G7 ਦੀ ਸੀਗੀ, ਉਸ ਦੇ ਉੱਤੇ ਟਰੰਪ ਹੋਣਾ ਨੇ ਸਾਈਨ ਕੀਤੇ ਬਗੈਰ ਹੀ ਜਿਹੜੇ ਉੱਥੇ ਆ ਗਏ ਹੈਗੇ ਆ। ਤੇ ਇਹ ਜਿਹੜੀ ਚੀਜ਼ ਇਸ ਟਾਈਮ ਵਾਪਰ ਰਹੀ ਆ। ਉਧਰ ਕਾਰਨੀ ਹੋਣਾ ਨੇ ਜਿਹੜੇ ਕੁਐਸਚਨਸ ਆ ਉਹ ਵੀ ਕੱਟ ਸ਼ਾਰਟ ਕਰ ਦਿੱਤੇ। G7 ਦੀ ਜਿਹੜੀ ਸਮਿਟ ਆ ਉਸ ਦੇ ਦਰਮਿਆਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਉਹਨਾਂ ਨੇ ਰਿਪੋਰਟਰਸ ਦੇ ਜਿਹੜੇ ਕੁਐਸਚਨ ਆ ਟਰੰਪ ਹੋਣਾ ਨੂੰ ਉਹ ਜਲਦੀ ਬੰਦ ਕਰ ਦਿੱਤੇ। ਰੀਜ਼ਨ ਇਹ ਆ ਵੀ ਟਰੰਪ ਹੋਣਾ ਨੇ ਵਾਪਸ ਜਿਹੜਾ ਉਹ ਜਾਣਾ ਸੀ। ਟਰੰਪ ਹੋਣਾ ਨੇ ਰਸ਼ੀਆ ਨੂੰ ਇੱਕ ਵਾਰੀ ਫੇਰ G7 ਦਾ ਜਿਹੜਾ ਪਾਰਟ ਬਣਾਉਣ ਦੀ ਮੁੱਦਾ ਜਿਹੜਾ ਆ ਉਹ ਚੁੱਕਿਆ ਆ। ਸੋ ਉਹਨਾਂ ਦੀ ਹੁਣ ਦੋਸਤੀ ਆ ਜਾਂ ਰਸ਼ੀਆ ਨੂੰ ਕਿਉਂ ਇੰਨਾ ਪ੍ਰਮੁੱਖ ਤੌਰ ਦੇ ਉੱਤੇ ਉਹ ਇਸ ਟਾਈਮ ਦੇਖ ਰਹੇ ਆ, ਉਹ ਜਿਹੜੀ ਇਸ ਟਾਈਮ ਬਹੁਤ ਸਾਰੇ ਲੋਕ ਆਪੋ ਆਪਣੀਆਂ ਜਿਹੜੀਆਂ ਅਟਕਲਾਂ ਆ ਉਹ ਲਗਾ ਰਹੇ ਆ। ਪ੍ਰੈਸ ਸਕੱਤਰ ਕੈਰੋਲੀਨ ਲਵਿਟ ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ, ਕਹਿੰਦੇ ਵੀ ਮਿਡਲ ਈਸਟ ਦੇ ਵਿੱਚ ਕਾਫੀ ਕੁਛ ਆਪਾਂ ਨੂੰ ਪਤਾ ਵੀ ਉਹ ਚੱਲ ਰਿਹਾ ਆ। ਕਾਫੀ ਜਿਹੜੇ ਮਸਲੇ ਆਪਾਂ G7 ਸਮਿਟ ਦੇ ਉੱਤੇ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜੇ ਉਹ ਅਕੰਪਲਿਸ਼ ਕਰ ਲਏ ਆ, ਤੇ ਹੈਡ ਆਫ ਸਟੇਟਸ ਦੇ ਨਾਲ ਡਿਨਰ ਤੋਂ ਬਾਅਦ ਦੇ ਵਿੱਚ ਉੱਥੋਂ ਲੀਵ ਕਰਕੇ ਵਾਪਸ ਜਿਹੜੇ ਆ ਉਹ ਆ ਜਾਣਗੇ। ਉਧਰ ਯੂਐਸ ਦੇ ਦੁਆਰਾ ਮਿਡਲ ਈਸਟ ਦੇ ਵਿੱਚ ਜਿਹੜੇ ਪਰਸਨਲ ਆ ਉੱਥੇ ਰਹਿ ਰਹੇ ਯੂਐਸ ਦੇ ਲੋਕ ਆ, ਅਧਿਕਾਰਤ ਤੌਰ ਦੇ ਉੱਤੇ ਜਿਹੜੇ ਰਹਿ ਰਹੇ ਆ ਐਮਬੈਸੀਜ਼ ਦੇ ਵਿੱਚ ਜਾਂ ਆਰਮੀ ਦੇ ਨਾਲ ਸੰਬੰਧਿਤ ਨਾਨ ਅਸੈਂਸ਼ੀਅਲ ਸਟਾਫ ਆ, ਉਹਨਾਂ ਨੂੰ ਉੱਥੋਂ ਇਵੈਕੂਏਟ ਕਰਨਾ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ। ਅਗਲੀ ਖਬਰ ਕੁਛ ਕੁ ਆਪਾਂ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਜੇ ਸਾਂਝੀਆਂ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਨਵੇਂ ਲਾਗੂ ਹੋਣ ਜਾ ਰਿਹਾ ਜੁਲਾਈ 1 ਨੂੰ। ਸੋ ਜੁਲਾਈ 1 ਤੋਂ ਬਹੁਤ ਸਾਰੀਆਂ ਜਿਹੜੀਆਂ ਸਬਸਕ੍ਰਿਪਸ਼ਨ ਹੁੰਦੀਆਂ ਤੁਸੀਂ ਲੈ ਲੈਂਦੇ ਹੈਗੇ ਆ, ਉਹਨਾਂ ਨੂੰ ਕੈਂਸਲ ਕਰਨਾ ਬੜਾ ਔਖਾ ਹੁੰਦਾ। ਸੋ ਨਵੇਂ ਲਾ ਦੇ ਮੁਤਾਬਕ AB 2863 ਦੇ ਮੁਤਾਬਕ ਇਹ ਬਹੁਤ ਈਜ਼ੀਅਰ ਹੋਊਗਾ ਤੇ ਟਰਾਂਸਪੇਰੈਂਟ ਹੋਊਗਾ। Airbnb ਨੂੰ ਪਹਿਲਾਂ ਡਿਸਕਲੋਜ਼ ਕਰਨਾ ਪਊਗਾ ਵੀ ਕਿੰਨੀ ਕਲੀਨਿੰਗ ਫੀਸ ਹੋਊਗੀ, ਨਹੀਂ ਤਾਂ $10,000 ਫਾਈਨ ਹੋਊਗਾ। AB 2202 ਪੈਟ ਇੰਸ਼ੋਰੈਂਸ ਵਾਲਿਆਂ ਨੂੰ ਐਕਸਪਲੇਨ ਕਰਨਾ ਪਊਗਾ ਜਦੋਂ ਉਹਨਾਂ ਦੇ ਰੇਟ ਹਾਈ ਹੁੰਦੇ ਆ ਜਾਂ ਉਹਨਾਂ ਦੀ ਪਾਲਿਸੀ ਕੈਂਸਲ ਕੀਤੀ ਜਾਂਦੀ ਹੈਗੀ ਆ। ਇੰਸ਼ੋਰੈਂਸ ਪਲਾਨਸ ਜਿਹੜੀਆਂ ਸੀਗੀਆਂ ਪਹਿਲਾਂ, ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਸੀਗੀਆਂ, ਉਹ ਫਰਟੀਲਿਟੀ ਟ੍ਰੀਟਮੈਂਟ ਨੂੰ ਕਵਰ ਨਹੀਂ ਕਰਦੀਆਂ ਸੀਗੀਆਂ, ਇਨਕਲੂਡਿੰਗ IVF। ਹੁਣ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ SV 729 ਦੇ ਤਹਿਤ ਉਹਨਾਂ ਨੂੰ ਕਵਰ ਕਰਨਾ ਪਊਗਾ। ਜਿਹੜੇ ਸਟੂਡੈਂਟ ਦੇ ID ਕਾਰਡ ਇਸ਼ੂ ਹੁੰਦੇ ਆ, ਉਹਨਾਂ ਦੇ ਉੱਤੇ ਸੁਸਾਈਡ ਤੇ ਕ੍ਰਾਈਸਿਸ ਲਾਈਫਲਾਈਨ ਦੇ ਨੰਬਰ ਉਹਨਾਂ ਨੂੰ ਪ੍ਰਿੰਟ ਕਰਨੇ ਪਊਗੇ। ਸਪੈਸ਼ਲ ਨੀਡਸ ਪਲਾਨਿੰਗ ਸਟਾਰਟ ਜਿਹੜਾ ਆ ਉਹ ਹਾਈ ਸਕੂਲ ਦੇ ਵਿੱਚ 16 ਸਾਲਾਂ ਤੋਂ ਸ਼ੁਰੂ ਹੋ ਜਾਊਗਾ, ਤਾਂ ਕਿ ਵੈਲ ਪ੍ਰੀਪੇਅਰਡ ਹੋਣ ਬੱਚੇ ਜਿਹੜੇ ਆ। ਕੇਅਰ ਐਕਟ ਕੇਸਸ ਦੇ ਤਹਿਤ ਫੈਮਿਲੀ ਮੈਂਬਰਸ ਨੂੰ ਲੂਪ ਦੇ ਵਿੱਚ ਰੱਖਣਾ ਪਊਗਾ। ASV 42C ਰਿਮੋਟ ਕੋਰਟ ਐਕਸੈਸ ਜਿਹੜੀ ਆ ਇਹ ਵੀ ਐਕਸਪੈਂਡ ਕੀਤਾ ਗਿਆ ਵਿਦ ਨਵੀਂ ਸਟੈਂਡਰਡ AB 170 ਦੇ ਮੁਤਾਬਕ। ਬਹੁਤ ਸਾਰੇ ਲੋਕਲ ਸ਼ਹਿਰ ਤੇ ਜਿਹੜੀਆਂ ਕਾਉਂਟੀਜ਼ ਆ ਉੱਥੇ ਮਿਨੀਮਮ ਬੇਸ ਜਿਹੜੀ ਆ ਉਹ ਇਨਕਰੀਜ਼ ਹੋਈ ਹੈਗੀ ਆ। ਸਨੋਮਾ ਕਾਉਂਟੀ ਦੇ ਵਿੱਚ $23.15 ਪਰ ਆਵਰ ਹੋ ਗਈ ਆ। ਸੈਨ ਫਰਾਂਸਿਸਕੋ ਤੇ ਬਰਕਲੇ ਚ $19.18, ਐਮਰੀਵਿਲ ਚ $19.90। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਕੈਲੀਫੋਰਨੀਆ ਦਾ ਚਿੱਟਾ ਹਾਥੀ ਜਿਹੜਾ ਹਾਈ ਸਪੀਡ ਰੇਲ ਦਾ ਪ੍ਰੋਜੈਕਟ ਆ, ਉਸ ਦੇ ਲਈ ਕੈਲੀਫੋਰਨੀਆ ਨੇ ਪਤਾ ਨਹੀਂ ਹੁਣ ਕਿਹੜੇ ਮੂੰਹ ਨਾਲ ਹੋਰ ਜਿਹੜੇ ਫੈਡਰਲ ਟੈਕਸ ਡਾਲਰਸ ਆ ਉਹਨਾਂ ਦੀ ਮੰਗ ਕਰ ਲਈ ਹੈਗੀ ਆ।
ਕਹਿੰਦੇ ਵੀ ਸਾਨੂੰ $7 ਬਿਲੀਅਨ ਦਾ ਜਿਹੜਾ ਫੰਡਿੰਗ ਗੈਪ ਆ ਉਸ ਦੀ ਜ਼ਰੂਰਤ ਆ, ਤਾਂ ਜੋ ਸੈਂਕੜੇ ਮੀਲ ਜੋ ਹਾਈ ਸਪੀਡ ਰੇਲ ਦੇ ਉਹਨਾਂ ਨੂੰ ਪੂਰਿਆਂ ਕੀਤਾ ਜਾ ਸਕੇ। ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ CHSRA ਉਹਨਾਂ ਨੇ ਚਿੱਠੀ ਲੱਗ ਕੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਲਿਖ ਕੇ ਜਿਹੜੀ ਉਹ ਘੱਲੀ ਆ, ਜਿਨ੍ਹਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਜਿਹੜੀ $4 ਬਿਲੀਅਨ ਦੀ ਤੁਹਾਨੂੰ ਫੰਡਿੰਗ ਦੇਣੀ ਆ ਉਹਨੂੰ ਅਸੀਂ ਵਾਪਸ ਲੈਣ ਜਾ ਰਹੇ ਹਾਂ। ਇਹ ਜਿਹੜਾ ਇੱਕ ਬੜੇ ਇੱਕ ਨੋਬਲ ਵਿਚਾਰ ਦੇ ਨਾਲ ਜਿਹੜਾ ਹਾਈ ਸਪੀਡ ਰੇਲ ਪ੍ਰੋਜੈਕਟ ਸ਼ੁਰੂ ਹੋਇਆ ਸੀ ਵੀ LA ਸੈਨ ਫਰਾਂਸਿਸਕੋ ਤੇ ਵਿਚਾਲੇ ਜਿਹੜੇ ਆ ਸ਼ਹਿਰਾਂ ਨੂੰ ਜੋੜਿਆ ਜਾਊਗਾ, ਤਾਂ ਜੋ ਲੋਕਾਂ ਦੇ ਲਈ ਆਉਣ ਜਾਣ ਜਿਹੜਾ ਉਹ ਤੇਜ਼ ਤੇ ਸੌਖਾ ਜਿਹੜਾ ਉਹ ਹੋਵੇ। ਪਰ ਆਪਣੇ ਇਸ ਪ੍ਰੋਜੈਕਟ ਦੇ ਕਹਿ ਲਓ ਵੀ ਹੁਣ ਤੱਕ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਈ ਦਹਾਕਿਆਂ ਦੇ ਵਿੱਚ ਦਿਖਾਉਣ ਨੂੰ ਕੁਝ ਬਹੁਤਾ ਜ਼ਿਆਦਾ ਨਹੀਂ ਹੈਗਾ। ਸੋ 119 ਮੀਲ ਦੀ ਇਨੀਸ਼ੀਅਲ ਸੈਗਮੈਂਟ 443 ਮੀਲ ਦੇ ਵਿੱਚੋਂ ਉਹ ਕੰਸਟਰਕਸ਼ਨ ਰੈਡੀ ਕਰਕੇ ਜਿਹੜੀ ਉਹ ਲਿਖੀ ਆ, ਸਟੇਟ ਦੀ ਵੈਬਸਾਈਟ ਸ਼ੋ ਕਰਦੀ ਆ 23 ਮੀਲ ਕਹਿੰਦੇ ਵੀ ਉਹ ਹੁਣ ਤੱਕ ਬਣੇ ਆ। 2033 ਜਿਹੜਾ ਆ ਉਹ ਇਹਨਾਂ ਨੇ ਇੱਕ ਈਅਰ ਦੱਸਿਆ ਵੀ ਅਰਲੀ ਆਪਰੇਟਿੰਗ ਸੈਗਮੈਂਟ ਉਦੋਂ ਤੱਕ ਹੋ ਸਕਦਾ ਆ। ਟਰੰਪ ਦੇ DOT ਤੇ ਹੋਰ ਬਹੁਤ ਸਾਰੇ ਜਿਹੜੇ ਕ੍ਰਿਟਿਕਸ ਆ ਉਹਨਾਂ ਨੇ ਇਸ ਰੇਲ ਪਲਾਨਸ ਨੂੰ ਬੂਨਡਾਗਲ ਜਿਹੜਾ ਆ ਉਹ ਆਖ ਦਿੱਤਾ ਵੀ ਉਹ ਕੰਮ ਜਿਸ ਦਾ ਕੁਝ ਵੀ ਜਿਹੜਾ ਉਹ ਸਿੱਟਾ ਨਾ ਨਿਕਲੇ, ਪੁਆਇੰਟਲੈਸ ਹੋਵੇ, ਵੇਸਟਫੁਲ ਜਿਹੜਾ ਆ ਉਹ ਹੋਵੇ। ਸੋ ਕਹਿੰਦੇ ਵੀ ਇਸ ਦਾ ਪ੍ਰਾਈਸ ਟੈਗ $100 ਬਿਲੀਅਨ ਨੂੰ ਵੀ ਪਾਰ ਜਿਹੜਾ ਆ ਉਹ ਹੋ ਰਿਹਾ ਆ। ਉਧਰ ਲਾਸ ਵੇਗਸ ਨੂੰ ਜਿਹੜੀ ਆ ਸਮਰ ਓਲੰਪਿਕਸ ਤੋਂ ਪਹਿਲਾਂ ਇੱਕ ਹੋਰ ਹਾਈ ਸਪੀਡ ਰੇਲ ਜਿਹੜੀ ਉਹ ਬਣਾ ਕੇ ਜਿਹੜੀ ਉਹ ਪਹੁੰਚ ਸਕਦੀ ਆ। ਉਹਦੇ ਵਿੱਚ ਹਰਜੋਤ ਸਿੰਘ ਜੀ ਇੱਕ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਠੇਕਾ ਆ ਕਹਿ ਸਕਦੇ ਆ ਵੀ ਇਸ ਦਾ ਮਿਲਿਆ ਹੈਗਾ ਆ। ਸੋ ਹੁਣ ਦੇਖੋ ਵੀ ਉਹਦੇ ਵਿੱਚ ਉਹ ਪਹਿਲੋਂ ਬਣਦੀ ਆ ਜਾਂ ਕੈਲੀਫੋਰਨੀਆ ਦੀ ਜਿਹੜੀ ਹਾਈ ਸਪੀਡ ਰੇਲ ਜਿਹਨੇ LA ਨੂੰ ਸੈਨ ਫਰਾਂਸਿਸਕੋ ਦੇ ਨਾਲ ਜੋੜਨਾ ਸੀ। ਹੂਸਟਨ ਦੇ ਵਿੱਚ ਇੱਕ ਬੀਬੀ ਨੂੰ ਅਰੈਸਟ ਕੀਤਾ ਹੈ ਜੋ 25 ਮਾਈਗ੍ਰੈਂਟਸ ਨੂੰ ਇੱਕ ਬਾਕਸ ਟਰੱਕਸ ਦੇ ਵਿੱਚ ਟਰਾਂਸਪੋਰਟ ਕਰ ਰਹੀ ਸੀ। ਉਸ ਬਾਕਸ ਟਰੱਕ ਦੇ ਵਿੱਚ ਮੈਟਰੈਸਸ ਸੀਗੇ ਤੇ ਜਦੋਂ ਉਸ ਨੂੰ ਪੁਲਿਸ ਵਾਲਿਆਂ ਨੇ ਖੜਾ ਕੀਤਾ ਤੇ ਉਹਦੀ ਜਿਹੜੀ ਸਟੋਰੀ ਸੀ ਇਨਕਨਸਿਸਟੈਂਟ ਸੀਗੀ। ਉਹਨੇ ਪੁੱਛਿਆ ਵੀ ਕਹਿੰਦੀ ਵੀ ਮੈਂ ਜੋ ਆ ਇਹ ਮੈਟਰੈਸਸ ਆ ਉਹ ਡਿਲੀਵਰ ਕਰ ਰਹੀ ਹੈਗੀਆਂ। ਤੇ ਉਹ ਜਦੋਂ ਉਹਨਾਂ ਨੂੰ ਸ਼ੱਕ ਪਈ ਉਹਨਾਂ ਨੇ ਜੋ ਜਾਰਜ ਵੈਸਟ ਪੁਲਿਸ ਆ ਲੋਕਲ ਉੱਥੇ ਦੀ ਉਹਨਾਂ ਨੂੰ ਬੁਲਾਇਆ ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ 25 ਲੋਕ ਜੋ ਹਿਡਨ ਸੀਗੇ, ਉਹਨਾਂ ਦਾ ਵੈਂਟੀਲੇਸ਼ਨ ਸਿਸਟਮ ਵੀ ਬਹੁਤ ਬੈਡ ਸੀਗਾ। 30 ਮੈਟਰੈਸਸ ਪਿੱਛੇ ਸੀ, ਉਹਨਾਂ ਦੇ ਮੋਹਰੇ 25 ਜਣੇ ਜਿਹੜੇ ਤੂੜੇ ਹੋਏ ਸੀ ਇੱਕ ਤਰ੍ਹਾਂ ਨਾਲ, ਜਿਹਦੇ ਵਿੱਚ 12 ਬੰਦੇ ਸੀ, 12 ਬੀਬੀਆਂ ਸੀਆਂ ਤੇ 11 ਸਾਲਾਂ ਦਾ ਇੱਕ ਬੱਚਾ ਸੀ। ਤੇ ਵੱਖ-ਵੱਖ ਮੁਲਕਾਂ ਤੋਂ ਸੀ, ਮੈਕਸੀਕੋ ਤੋਂ, ਗਵਾਟੇਮਾਲਾ ਤੋਂ, ਹੋਂਡੂਰਾਸ ਤੋਂ, ਐਲ ਸਾਲਵਾਡੋਰ, ਇੰਡੀਆ ਤੋਂ, ਕਿਊਬਾ, ਵੈਨਜ਼ੂਏਲਾ ਤੇ ਡੋਮਿਨਿਕ ਰਿਪਬਲਿਕ ਤੋਂ। ਤੇ 25 ਦੇ 25 ਜਿਹੜੇ ਇੰਡੀਵਿਜੂਅਲ ਆ ਉਹਨਾਂ ਨੂੰ ਫਿਰ ਰਿਮੂਵ ਕੀਤਾ ਗਿਆ, ਮੈਡੀਕਲ ਜਿਹੜੀ ਅਸੈਸਮੈਂਟ ਉਹਨਾਂ ਦੀ ਕੀਤੀ ਗਈ ਤੇ ਫਿਰ US ਬਾਰਡਰ ਪੈਟਰੋਲ ਦੇ ਕੋਲ ਫੜਾ ਦਿੱਤੇ ਗਏ ਹੈਗੇ ਆ। ਸਾਂਤਾ ਮਰੀਆ ਨਾਮ ਦੀ ਇਸ ਲੇਡੀ ਨੂੰ ਚਾਰਜ ਕੀਤਾ ਗਿਆ 25 ਕਾਊਂਟ ਆਫ ਸਮਗਲਿੰਗ ਆਫ ਪਰਸਨਸ ਲਾਈਵੋ ਕਾਉਂਟੀ ਜੇਲ੍ਹ ਚ। ਸੋ ਇੱਕ ਵਾਰੀ ਫੇਰ ਆਪਾਂ ਵਾਰ-ਵਾਰ ਦੱਸਦੇ ਰਹਿੰਦੇ ਆ, ਖਾਸ ਕਰਕੇ ਆ ਦੇਖੋ ਹੁਣ ਇੰਡੀਆ ਵਾਲੇ ਫੇਰ ਆ ਰਹੇ ਆ ਜਾਂ ਤੁਹਾਨੂੰ ਪਤਾ ਵੀ ਇੱਥੇ ਕੁਝ ਬਣਨਾ ਨਹੀਂ ਹੈਗਾ, ਤੁਸੀਂ ਇਲੀਗਲ ਬਾਰਡਰ ਕ੍ਰਾਸ ਕਰਕੇ ਪੈਸੇ ਦੇ ਕੇ ਆ ਰਹੇ ਆ। ਇਹ ਤੇ ਆਪਣੀ ਲਾਈਫ ਕਿੰਨੀ ਖਤਰੇ ਦੇ ਵਿੱਚ ਆ। ਕਹਿੰਦੇ ਇੰਨਾ ਹੀ ਜ਼ਿਆਦਾ ਜਿਹੜਾ ਟੈਂਪਰੇਚਰ ਸੀ, ਪਤਾ ਨਹੀਂ ਜੇ ਥੋੜਾ ਟਾਈਮ ਹੋਰ ਹੁੰਦਾ ਤਾਂ ਕਿੰਨੇ ਬੰਦੇ ਉਹ ਮਰ ਵੀ ਜਾਣੇ ਸੀ। ਜੀ ਬਿਲਕੁਲ, ਇਹ ਬੜੀ ਜਿਹੜੀ ਚਿੰਤਾਜਨਕ ਜਿਹੜੀ ਗੱਲ ਆ। ਇਹ ਪਹਿਲਾਂ ਵੀ ਹਰਜੋਤ ਸਿੰਘ ਜੀ ਇਦਾਂ ਜਦੋਂ ਤੂੜ ਕੇ ਲਿਆਉਂਦੇ ਰਹੇ ਆ, ਕਈਆਂ ਦੀਆਂ ਮੌਤਾਂ ਵੀ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ ਆ। ਸੋ ਇਦਾਂ ਦੀ ਸਥਿਤੀ ਜਿਹੜੀ ਉਹ ਬਣੀ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇੱਕ ਗੱਡੀ ਦੇ ਦੁਆਰਾ ਭੀੜ ਦੇ ਉੱਤੇ ਜਿਹੜੀ ਗੱਡੀ ਚੜ੍ਹ ਗਈ ਆ ਪਰ ਉਸ ਦੇ ਵਿੱਚ ਕਈ ਜਾਣੇ ਜਿਹੜੇ ਉਹ ਫੱਟੜ ਹੋਏ ਨੇ। ਐਂਗਲਵੁੱਡ ਕੈਲੀਫੋਰਨੀਆ ਦੇ ਵਿੱਚ ਇਹ ਬੀਤੇ ਸ਼ਨੀਚਰਵਾਰ ਦੀ ਗੱਲ ਦੱਸੀ ਜਾਂਦੀ। ਹੁਣ ਤੱਕ 10 ਲੋਕ ਜ਼ਖਮੀ ਆ, ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਵੀ ਸ਼ਾਮਲ ਆ ਜਿਸ ਦੀ ਉਮਰ 14 ਸਾਲ ਦੱਸੀ ਗਈ ਹੈਗੀ ਆ। ਪੈਡੈਸਟਰੀਅਨ ਦੇ ਉੱਤੇ ਜਿਹੜੀ ਇਹ ਗੱਡੀ ਆ ਡਰਾਈਵ ਕੀਤੀ ਸੀ। 10:30 ਵਜੇ ਦਾ ਕਹਿੰਦੇ ਵੀ ਇਹ ਲੋਕਲ ਟਾਈਮ ਸੀ। ਕੌਨਕੈਫ ਗੋਲਡ ਕੱਪ ਜਿਹੜਾ ਸੌਕਰ ਟੂਰਨਾਮੈਂਟ ਉੱਥੇ ਸੋਫਾਈ ਸਟੇਡੀਅਮ ਦੇ ਵਿੱਚ ਹੋ ਰਿਹਾ ਸੀ, ਉਸ ਦਰਮਿਆਨ ਜਿਹੜਾ ਆ ਇਹ ਘਟਨਾ ਜਿਹੜੀ ਉਹ ਵਾਪਰੀ ਆ। ਮੋਟਿਵ ਕੀ ਸੀ ਇਸ ਦੇ ਪਿੱਛੇ, ਉਸ ਦਾ ਪਤਾ ਲਾਉਣ ਦੀ ਇਸ ਟਾਈਮ ਪੁਲਿਸ ਦੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਆ।
ਪਰ 10 ਲੋਕ ਜਿਹੜੇ ਉਹ ਜ਼ਖਮੀ ਹੋਏ ਆ, ਜਦ ਵਹੀਕਲ ਦੇ ਦੁਆਰਾ ਇੱਕ ਪੈਡੈਸਟਰੀਅਨਸ ਦੇ ਨਾਲ ਜਿਹੜੀ ਉਹ ਟੱਕਰ ਮਾਰੀ ਗਈ ਆ SoFi ਸਟੇਡੀਅਮ ਸਦਰਨ ਕੈਲੀਫੋਰਨੀਆ ਦੇ ਵਿੱਚ ਆ, ਉਸ ਦੇ ਬਾਅਦ ਇੱਕ ਸੌਕਰ ਟੂਰਨਾਮੈਂਟ ਦੇ ਚੱਲਦੇ ਆ। ਅਗਲੀ ਖਬਰ ਵੱਲ ਜਿੰਨੇ ਵੀ ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਇੱਕ ਵਾਰੀ ਫੇਰ ਬਹੁਤ ਚੇਤਾਵਨੀ ਵਾਲੀ ਆ। ਕੈਲੀਫੋਰਨੀਆ ਨੇ ਨਵਾਂ ਇੱਕ ਬਹੁਤ ਹੀ ਸਖਤ ਲਾ, ਨੋ ਟੱਚ ਫੋਨ ਲਾ ਜਿਹੜਾ ਆ ਉਹ ਲਾਗੂ ਕਰ ਦਿੱਤਾ ਜੂਨ 1 ਤੋਂ। ਸੋ ਜਦੋਂ ਤੁਸੀਂ ਡਰਾਈਵ ਕਰਦੇ ਹੈਗੇ ਆ, ਕਿਸੇ ਵੀ ਟਾਈਮ ਤੁਸੀਂ ਜਿਹੜਾ ਆਪਣਾ ਫੋਨ ਆ ਉਸ ਨੂੰ ਟੱਚ ਨਹੀਂ ਕਰ ਸਕਦੇ। 31 ਸਟੇਟਸ ਦੇ ਵਿੱਚ ਇਹ ਨਵਾਂ ਲਾ ਲਾਗੂ ਹੋ ਚੁੱਕਾ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਹੋਰ ਵੀ ਜ਼ਿਆਦਾ ਸਟ੍ਰਿਕਟ ਹੈਗਾ, ਤੇ ਕਹਿੰਦੇ ਭਈ ਇਹਦਾ ਕਾਰਨ ਇਹੀ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਕਸੀਡੈਂਟ ਹੋ ਰਹੇ ਸੀ। ਸੋ ਸਾਡਾ ਮੇਨ ਮਕਸਦ ਇਹੀ ਆ ਵੀ ਜਿਹੜੇ ਕ੍ਰੈਸ਼ਸ ਹੋ ਰਹੇ ਆ ਉਹਨਾਂ ਨੂੰ ਘਟਾਇਆ ਜਾਵੇ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ DC ਵਿਲੀਅਮਸ ਉਹਨਾਂ ਨੇ ਇਹ ਕਿਹਾ, ਕਹਿੰਦੇ ਭਈ ਸਾਡਾ ਮੇਨ ਕੰਮ ਹੋਊਗਾ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀਆਂ ਟਿਕਟਾਂ ਦੇਣੀਆਂ। ਸੋ ਜਿੰਨੇ ਵੀ ਜਿਹੜੇ ਹੁਣ ਸਰੋਤੇ ਸੁਣ ਰਹੇ ਹੈਗੇ ਆ, ਧਿਆਨ ਰੱਖੋ, ਕਿਸੇ ਵੀ ਟਾਈਮ ਦੇ ਉੱਤੇ ਕਹਿੰਦੇ ਜਿਹੜਾ ਤੁਸੀਂ ਆਪਣਾ ਫੋਨ ਆ ਉਹ ਟੱਚ ਨਹੀਂ ਕਰ ਸਕਦੇ ਜੇ ਤੁਸੀਂ ਕਾਰ ਡਰਾਈਵ ਕਰ ਰਹੇ ਹੈਗੇ ਆ। ਨੋ ਟੱਚ ਲਾ ਕਰਕੇ ਇਸ ਜਿਹੜਾ ਲਾ ਆ ਉਹਦਾ ਨਾਮ ਰੱਖਿਆ ਗਿਆ ਹੈਗਾ। ਸਟੇਟ ਦਾ ਡਾਟਾ ਸ਼ੋ ਕਰਦਾ ਵੀ 2% ਤੋਂ ਵੱਧ ਜਿਹੜੇ ਡਰਾਈਵਰਸ ਆ ਉਹ ਫੋਨ ਦੇ ਨਾਲ ਫੜੇ ਜਾਂਦੇ ਰਹੇ ਆ, ਜਿਨ੍ਹਾਂ ਨੇ ਫੋਨ ਹੱਥ 'ਚ ਫੜ ਕੇ ਕੰਨ ਨੂੰ ਜਿਹੜਾ ਉਹ ਲਾਇਆ ਹੁੰਦਾ ਆ। 3% ਹੋਰ ਨੇ ਜਿਹੜੇ ਚੋਰੀ ਛਿਪੇ ਬਿਹਾਈਂਡ ਦਾ ਵੀਲ ਇਸ ਤਰੀਕੇ ਦੇ ਨਾਲ ਫੋਨ ਜਿਹੜਾ ਉਹ ਵਰਤਦੇ ਨੇ, ਤੇ ਕਹਿੰਦੇ ਵੀ ਇਹ ਇਕੱਲੀਆਂ ਵਾਇਲੇਸ਼ਨਸ ਹੀ ਨਹੀਂ ਆ, ਇਹ ਪਬਲਿਕ ਸੇਫਟੀ ਕ੍ਰਾਈਸਿਸ ਆ। ਸੋ ਚਲਾਉਂਦੇ ਹੋਏ ਤੁਸੀਂ ਜਿਹੜਾ ਫੋਨ ਨੂੰ ਟੱਚ ਨਹੀਂ ਕਰ ਸਕਦੇ। ਹੁਣ ਬਲੂਟੁੱਥ ਲੱਗਾ ਆ, ਉਹ ਸਾਰੀਆਂ ਚੀਜ਼ਾਂ ਅਜੇ ਵੀ ਅਲਾਉਡ ਹੈਗੀਆਂ, ਪਰ ਕਈ ਵਾਰੀ ਫੋਨ ਚੱਕਣ ਦੇ ਲਈ ਹਰਜੋਤ ਸਿੰਘ ਜੀ ਹੱਥ ਜਿਹੜਾ ਉਹ ਮਾਰਨਾ ਪੈਂਦਾ ਆ। ਪਰ ਭਾਈ ਧਿਆਨ ਤੁਹਾਡਾ ਜਿਹੜਾ ਆ ਉਹ ਉੱਥੇ ਹੋਣਾ ਚਾਹੀਦਾ। ਟੈਕਸਟ ਤਾਂ ਬਿਲਕੁਲ ਵੀ ਨਾ ਕੀਤਾ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਹੋਰ ਖਤਰਨਾਕ ਸਥਿਤੀ ਜਿਹੜੀ ਇਸ ਦੇ ਵਿੱਚ ਬਣ ਜਾਂਦੀ ਆ। ਬਹੁਤ ਸਾਰੀਆਂ ਮੌਤਾਂ, ਬਹੁਤ ਸਾਰੇ ਜਿਹੜੇ ਐਕਸੀਡੈਂਟ ਆ ਇਹਨਾਂ ਅਣਗਹਿਲੀਆਂ ਦੇ ਕਰਕੇ ਜਿਹੜੇ ਉਹ ਹੁੰਦੇ ਹੈਗੇ ਆ। ਹਾਈਵੇ ਕੈਲੀਫੋਰਨੀਆ ਹਾਈਵੇ ਪੈਟਰੋਲ ਉਹਨਾਂ ਨੇ ਵੀ ਇਨ ਕਾਰ ਜਿਹੜੇ ਸਿਸਟਮਸ ਆ ਉਹਨਾਂ ਨੂੰ ਅਪਗ੍ਰੇਡ ਜਿਹੜਾ ਉਹ ਕੀਤਾ ਆ ਅਫਸਰਾਂ ਦੇ ਲਈ ਵੀ, ਤਾਂ ਜੋ ਉਹਨਾਂ ਦੀਆਂ ਵੀ ਜਿਹੜੀਆਂ ਡਿਸਟਰੈਕਸ਼ਨਸ ਆ ਉਹ ਘਟਣ ਤੇ ਜਿਹੜਾ ਰਿਸਕੀ ਬਿਹੇਵੀਅਰ ਆ ਉਸ ਦੇ ਉੱਤੇ ਉਹ ਜ਼ਿਆਦਾ ਨਜ਼ਰਸਾਨੀ ਰੱਖ ਸਕਣ। ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪਰੇਡ ਹੋਈ ਸੀਗੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕੀਤੀ ਸੀ, ਤੇ ਵੀਕਐਂਡ ਦੇ ਦੌਰਾਨ ਉਸ ਪਰੇਡ ਦੇ ਵਿੱਚ ਬੇ ਏਰੀਏ ਦੀਆਂ 3 ਕੰਪਨੀਆਂ ਨੇ ਜਿਹੜੇ ਪੈਸੇ ਆ ਕਾਫੀ ਦਿੱਤੇ ਹੈਗੇ, ਜਿਨ੍ਹਾਂ ਦੇ ਵਿੱਚ ਔਰੇਕਲ ਵੀ ਆਂਦੀ ਹੈਗੀ ਆ, ਪਲੈਂਟਰ ਕਰਕੇ ਆ ਜਿਹੜੀ ਕਿ ਆਲਰੇਡੀ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਨਾਲ ਕੰਮ ਕਰਦੀ ਹੈਗੀ ਆ। ਇਸੇ ਤਰ੍ਹਾਂ ਇੱਕ ਜਿਹੜੀ ਹੋਰ ਕੰਪਨੀ ਆ ਬੇ ਏਰੀਏ ਦੀ, ਉਹਨਾਂ ਨੇ ਕਾਫੀ ਪੈਸੇ ਇਸ ਕੁਆਇਨ ਵੇਸ ਸ਼ਾਰਟ ਕਰਕੇ ਉਹਨਾਂ ਨੇ ਇਸ ਪਰੇਡ ਦੇ ਲਈ ਦਿੱਤੇ ਹੈਗੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਤੁਹਾਡੇ ਨਾਲ ਹਾਲ ਦੱਸਦੇ ਜਾਈਏ। ਅੱਜ ਮਾਰਕੀਟ ਦੀ ਕਲੋਜ਼ਿੰਗ ਤੱਕ ਡਾਓ ਜੋਨ 317 ਪੁਆਇੰਟ ਵੱਧ ਕੇ 42,515 ਤੇ ਬੰਦ ਹੋਇਆ। S&P 56 ਪੁਆਇੰਟ ਵੱਧ ਕੇ 6,033, ਨੈਸਡੈਕ 200 ਤੇ 94 ਪੁਆਇੰਟ ਵੱਧ ਕੇ 19,701, ਤੇ ਸੋਨੇ ਦਾ ਭਾਅ 3400 ਤੇ $14 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 year yield 4.4%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,07,272, ਅਥੀਰੀਅਮ $2591 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 85 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 75 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।